ਹੈਲੋ एवरीवन ਵੈਲਕਮ ਔਰ ਵੈਲਕਮ ਬੈਕ ਟੂ ਮਾਈ ਚੈਨਲ ਪੋਲੀਟੀਕਲ ਸਾਇੰਸ ਦੇ ਵਿੱਚ ਅੱਜ ਆਪਾਂ ਕਵਰ ਕਰਾਂਗੇ ਕਨਸੈਪਟ ਰਾਜਨੀਤਿਕ ਪ੍ਰਣਾਲੀ। ਬਹੁਤ ਹੀ ਇੰਪੋਰਟੈਂਟ ਕਨਸੈਪਟ ਹੈ। ਫਰਸਟ ਨੰਬਰ ਤੇ ਚੈਪਟਰ ਨੰਬਰ 1 ਚ ਪਹਿਲਾ ਕਨਸੈਪਟ ਇਹੀ ਹੈ। ਇਹਦੇ ਵਿੱਚ ਆਪਾਂ ਅਰਥ ਪੜਾਂਗੇ ਕਿ ਰਾਜਨੀਤਿਕ ਪ੍ਰਣਾਲੀ ਹੁੰਦੀ ਕੀ ਹੈ, ਇਸ ਦਾ ਕਨਸੈਪਟ, ਇਹਦੀ ਧਾਰਨਾ, ਵਿਸ਼ੇਸ਼ਤਾਵਾਂ, ਕਾਰਜ ਅਤੇ ਫੀਡਬੈਕ ਲੂਪ ਜਿਹੜਾ ਹੈ ਉਹ ਵੀ ਆਪਾਂ ਪੜਾਂਗੇ। ਸੋ ਕਾਰਜਾਂ ਦਾ ਵੀ ਜ਼ਿਕਰ ਆਪਾਂ ਕਰਾਂਗੇ। ਸੋ ਰਾਜਨੀਤਿਕ ਪ੍ਰਣਾਲੀ ਜਿਹੜੀ ਹੈਗੀ ਹੈ ਇੱਕ ਕੇਂਦਰੀ ਧਾਰਨਾ ਹੈਗੀ ਹੈ ਰਾਜਨੀਤੀ ਸ਼ਾਸਤਰ ਦੀ। ਪੋਲੀਟੀਕਲ ਸਾਇੰਸ ਦੀ ਇੱਕ ਕੇਂਦਰੀ ਸੈਂਟਰਲ ਆਪਾਂ ਕਹਿ ਸਕਦੇ ਹਾਂ ਕਿ ਕਨਸੈਪਟ ਹੈ। ਵਿਵਹਾਰਵਾਦ ਨਾਂ ਦੀ ਕ੍ਰਾਂਤੀ ਦੀ ਇਹਨੂੰ ਦੇਣ ਮੰਨਿਆ ਜਾਂਦਾ ਹੈਗਾ। ਰਾਜਨੀਤਿਕ ਪ੍ਰਣਾਲੀ ਦੀ ਧਾਰਨਾ ਸਭ ਤੋਂ ਪਹਿਲੀ ਵਾਰ, ਮਤਲਬ ਇਹ ਕਨਸੈਪਟ ਸਭ ਤੋਂ ਪਹਿਲਾਂ ਕਿਸਨੇ ਯੂਜ਼ ਕੀਤਾ ਸੀ? ਡੇਵਿਡ ਈਸਟਨ ਨੇ ਸਭ ਤੋਂ ਪਹਿਲਾਂ ਆਪਣੀ ਬੁੱਕ ਦੇ ਵਿੱਚ ਦ ਪੋਲੀਟੀਕਲ ਸਿਸਟਮ ਦੇ ਵਿੱਚ ਪਹਿਲੀ ਵਾਰ ਇਸ ਨੂੰ ਪੇਸ਼ ਕੀਤਾ। ਸੋ ਆਪਾਂ ਕਹੀਏ ਤਾਂ ਜਨਮਦਾਤਾ ਜਿਹੜਾ ਪੋਲੀਟੀਕਲ ਸਿਸਟਮ ਦਾ ਹੈ ਉਹ ਡੇਵਿਡ ਈਸਟਨ ਹੈ। ਹੁਣ ਰਾਜਨੀਤਿਕ ਪ੍ਰਣਾਲੀ ਕੀ ਹੁੰਦੀ ਹੈ? ਤੁਸੀਂ ਦੇਖੋ, ਰਾਜਨੀਤਿਕ ਪਲੱਸ ਪ੍ਰਣਾਲੀ, ਦੋ ਸ਼ਬਦਾਂ ਤੋਂ, ਵੱਖੋ ਵੱਖਰੇ ਸ਼ਬਦਾਂ ਤੋਂ ਇਹ ਅਰਥ ਬਣਿਆ। ਸੋ ਰਾਜਨੀਤਿਕ ਪ੍ਰਣਾਲੀ ਦੋ ਸ਼ਬਦਾਂ ਤੋਂ ਬਣਿਆ, ਰਾਜਨੀਤਿਕ ਪਲੱਸ ਪ੍ਰਣਾਲੀ। ਰਾਜਨੀਤਿਕ ਦਾ ਅਰਥ ਕੀ ਹੁੰਦਾ ਹੈਗਾ ਕਿ ਕੋਈ ਚੀਜ਼ ਜਿਹੜੀ ਸ਼ਕਤੀ ਦੇ ਨਾਲ, ਸੱਤਾ ਦੇ ਨਾਲ, ਜਿਹੜੀ ਚੀਜ਼ ਸ਼ਾਸਨ ਦੇ ਨਾਲ ਸੰਬੰਧਿਤ ਹੈ, ਸ਼ਕਤੀ, ਸੱਤਾ, ਸ਼ਾਸਨ, ਠੀਕ ਹੈ। ਤੋ ਜਿਨ੍ਹਾਂ ਦੇ ਨਾਲ ਇਹ ਜੁੜੀ ਹੋਈ ਹੈਗੀ ਹੈ, ਜਿਸ ਸ਼ਕਤੀ ਦੇ ਨਾਲ, ਜਿਸ ਸੱਤਾ ਦੇ ਨਾਲ, ਜਿਸ ਸ਼ਾਸਨ ਦੇ ਨਾਲ, ਉਸਨੂੰ ਰਾਜਨੀਤੀ ਕਹਿੰਦੇ ਆ। ਪ੍ਰਣਾਲੀ ਦੀ ਗੱਲ ਕਰੀਏ ਤਾਂ ਪ੍ਰਣਾਲੀ ਹੁੰਦਾ ਇੱਕ ਸਿਸਟਮ ਜਿਹੜੀ ਆਪਣੇ ਆਪ ਵਿੱਚ ਕੰਪਲੀਟ ਹੈ, ਜਿਹੜੀ ਲਾਈਕ ਇਹ ਪੂਰਾ ਕਨਸੈਪਟ ਪ੍ਰਣਾਲੀ, ਇਹਦੇ ਵਿੱਚ ਛੋਟੇ ਛੋਟੇ ਸਬ ਪਾਰਟਸ ਹੋਣਗੇ, ਛੋਟੇ ਛੋਟੇ ਹਿੱਸੇ ਹੋਣਗੇ ਜਿਹੜੇ ਇੱਕ ਦੂਜੇ 'ਤੇ ਡਿਪੈਂਡ ਹੋਣਗੇ। ਹੁਣ ਜਿਵੇਂ ਅਸੀਂ ਆਪਣੀ ਗੱਲ ਕਰੀਏ ਕਿ ਸਾਡਾ ਬੋਡੀ ਹੈ ਜਿਹੜੀ ਹੈ, ਸਾਡੇ ਸਰੀਰ ਜਿਹੜਾ ਹੈਗਾ ਇੱਕ ਪ੍ਰਣਾਲੀ ਹੈ, ਇੱਕ ਸਿਸਟਮ ਹੈ। ਅਗਰ ਸਾਡਾ ਕੋਈ ਵੀ ਇੱਕ ਔਰਗਨ, ਇੱਕ ਅੰਗ ਜਿਹੜਾ ਹੈ ਕੰਮ ਨਹੀਂ ਕਰੇਗਾ ਤਾਂ ਦੂਜੇ ਜਿਹੜੇ ਹੈਗੇ ਨੇ ਅੰਗ ਵੀ ਇਫੈਕਟ ਹੋਣਗੇ। ਤਾਂ ਇੱਦਾਂ ਹੀ ਪ੍ਰਣਾਲੀ ਹੈ ਜਿਹੜੀ ਆਪਣੇ ਆਪ 'ਚ ਤਾਂ ਇੱਕ ਪੂਰਨ ਹੈ, ਇੱਕ ਸਰੀਰ ਵਾਂਗੂ ਹੈ ਅਤੇ ਛੋਟੇ ਛੋਟੇ ਪਾਰਟਸ ਦੇ ਨਾਲ ਮਿਲ ਕੇ ਬਣੀ ਹੋਈ ਹੈ ਅਤੇ ਸਾਰੇ ਪਾਰਟਸ ਇੱਕ ਦੂਜੇ 'ਤੇ ਨਿਰਭਰ ਕਰਦੇ ਨੇ। ਤਾਂ ਹੁਣ ਕਰਦੇ ਹਾਂ ਰਾਜਨੀਤਿਕ ਪ੍ਰਣਾਲੀ ਪ੍ਰੋਪਰ ਰੂਪ ਦੇ ਵਿੱਚ ਕੀ ਹੈ। ਹੁਣ ਆਪਾਂ ਨੇ ਪਿੱਛੇ ਪੜ੍ਹਿਆ ਸੀ ਕਿ ਰਾਜਨੀਤੀ ਦਾ ਮਤਲਬ ਕੀ ਹੈਗਾ ਕਿ ਕੋਈ ਚੀਜ਼ ਸ਼ਕਤੀ, ਕੋਈ ਸੱਤਾ, ਕੋਈ ਸ਼ਾਸਨ ਦੀ ਗੱਲ ਕੀਤੀ ਜਾਏ। ਪ੍ਰਣਾਲੀ ਦਾ ਅਰਥ ਹੈ ਕਿ ਜੋ ਵੱਖ-ਵੱਖ ਭਾਗਾਂ ਨੂੰ ਜੋੜ ਕੇ ਆਪਸ 'ਚ ਸੰਪੂਰਨ ਇਕਾਈ ਬਣਦੀ ਆ, ਉਹਨੂੰ ਪ੍ਰਣਾਲੀ ਕਹਿੰਦੇ ਨੇ। ਰਾਜਨੀਤਿਕ ਪ੍ਰਣਾਲੀ ਦਾ ਅਰਥ ਹੈਗਾ ਕਿ ਅੰਤਰ ਕਿਰਿਆਵਾਂ। ਰਾਜਨੀਤਿਕ ਪ੍ਰਣਾਲੀ 'ਚ ਕੀ ਆਉਂਦੀਆਂ ਨੇ? ਅੰਤਰ ਕਿਰਿਆਵਾਂ, ਸੰਰਚਨਾਵਾਂ, ਇੱਕ ਐਸਾ ਸਮੂਹ ਅੰਤਰ ਕਿਰਿਆਵਾਂ ਦਾ, ਰਚਨਾਵਾਂ ਦਾ, ਜਿਹਦੇ ਦੁਆਰਾ ਲਏ ਗਏ ਫੈਸਲਿਆਂ ਪਿੱਛੇ ਕਿਹੜੀ ਸ਼ਕਤੀ ਹੁੰਦੀ ਹੈ? ਕਾਨੂੰਨੀ। ਬਿਕੋਜ਼ ਅਸੀਂ ਕੋਈ ਵੀ ਪੋਲੀਟੀਕਲ ਐਕਟੀਵਿਟੀਜ਼ ਕਰਦੇ ਹੈਗੇ ਹਾਂ ਤਾਂ ਉਹਦੇ ਪਿੱਛੇ ਕੋਈ ਵੀ ਪੋਲੀਟੀਕਲ, ਅਗਰ ਅਸੀਂ ਰਿਲੇਸ਼ਨ ਬਣਾਉਂਦੇ ਹਾਂ, ਪੋਲੀਟੀਕਲ ਇੰਟਰੈਕਸ਼ਨਸ, ਅੰਤਰ ਕਿਰਿਆਵਾਂ ਕਰਦੇ ਹਾਂ, ਰਾਜਨੀਤਿਕ ਸੰਬੰਧ ਬਣਾਉਂਦੇ ਹਾਂ, ਤਾਂ ਉਹਦੇ ਪਿੱਛੇ ਕੋਈ ਕਾਨੂੰਨੀ ਸ਼ਕਤੀ ਜ਼ਰੂਰ ਹੁੰਦੀ ਹੈ। ਬਿਕੋਜ਼ ਇਹ ਜਿਹੜੀ ਪ੍ਰਣਾਲੀ ਹੈਗੀ ਆ ਬਾਕੀਆਂ ਤੋਂ ਭਿੰਨ ਹੈ। ਹੁਣ ਅਸੀਂ ਗੱਲ ਕਰੀਏ, ਅਸੀਂ ਸਮਾਜ 'ਚ ਰਹਿੰਦੇ ਹਾਂ, ਸਮਾਜਿਕ ਕਿਰਿਆਵਾਂ ਕਰਦੇ ਹਾਂ, ਠੀਕ ਹੈ, ਆਰਥਿਕ ਕਿਰਿਆਵਾਂ ਵੀ ਕਰਦੇ ਹਾਂ, ਖਾਣ ਪੀਣ ਦਾ ਆਪਣਾ ਪ੍ਰਬੰਧ ਕਰਦੇ ਹਾਂ, ਕੰਮ ਕਰਦੇ ਹਾਂ। ਲੇਕਿਨ ਜਿਹੜੀ ਰਾਜਨੀਤੀ ਹੈਗੀ ਹੈ ਇਹ ਸਿਰਫ ਰਾਜਨੀਤਿਕ ਕਿਰਿਆਵਾਂ, ਜੋ ਅਸੀਂ ਰਾਜਨੀਤਿਕ ਕਿਰਿਆਵਾਂ ਕਰ ਰਹੇ ਹਾਂ, ਲਾਈਕ ਅਸੀਂ ਵੋਟ ਪਾ ਰਹੇ ਹਾਂ ਤਾਂ ਉਹ ਰਾਜਨੀਤਿਕ ਜਿਹੜੀ ਹੈਗੀ ਹੈ ਕਿਰਿਆ ਹੈਗੀ। ਤਾਂ ਇਵੇਂ ਦੀਆਂ ਕਿਰਿਆਵਾਂ ਜਿਹੜੀਆਂ ਹੈ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਸ਼ਾਮਿਲ ਕੀਤੀਆਂ ਜਾਂਦੀਆਂ ਨੇ। ਅੱਗੇ ਗੱਲ ਕਰਦੇ ਹਾਂ ਕਿ ਰਾਜਨੀਤਿਕ ਪ੍ਰਣਾਲੀ ਦੀਆਂ ਪਰਿਭਾਸ਼ਾਵਾਂ। ਦੇਖੋ, ਪੇਪਰ ਦੇ ਵਿੱਚ, ਹੁਣ ਤੁਸੀਂ +2 ਦੇ ਵਿੱਚ ਹੋ ਤਾਂ ਤੁਹਾਨੂੰ ਪੇਪਰ ਦੇ ਵਿੱਚ ਡੈਫੀਨੇਸ਼ਨਸ ਲਿਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀਆਂ ਨੇ। ਤਾਂ 2 ਡੈਫੀਨੇਸ਼ਨਸ ਐਨਫ ਹੁੰਦੀਆਂ ਨੇ। ਕੋਸ਼ਿਸ਼ ਕਰੋ ਕਿ ਅਗਰ ਤੁਹਾਨੂੰ ਇੰਗਲਿਸ਼ ਦੇ ਵਿੱਚ ਯਾਦ ਹੋ ਜਾਂਦੀਆਂ ਨੇ, ਅਗਰ ਤੁਸੀਂ ਪੰਜਾਬੀ ਮੀਡੀਅਮ ਦੇ ਹੋ ਤਾਂ ਪੰਜਾਬੀ ਮੀਡੀਅਮ ਦੇ ਵਿੱਚ ਕਰ ਸਕਦੇ ਹੋ। ਰੋਬਰਟ ਏ ਡਾਲ ਕਹਿ ਰਹੇ ਨੇ, ਕਹਿੰਦੇ ਰਾਜਨੀਤਿਕ ਪ੍ਰਣਾਲੀ ਮਨੁੱਖੀ ਸੰਬੰਧਾਂ ਦਾ ਸਥਾਈ ਨਮੂਨਾ, ਮਤਲਬ ਸਟੇਬਲ ਇੱਕ ਆਪਾਂ ਕਹਿ ਸਕਦੇ ਹਾਂ ਕਿ ਨਮੂਨਾ ਹੈਗਾ, ਸੈਂਪਲ ਹੈਗਾ, ਜਿਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਸ਼ਕਤੀ ਪਾਈ ਜਾਂਦੀ ਹੈ, ਸ਼ਾਸਨ ਪਾਇਆ ਜਾਂਦਾ ਹੈ, ਸੱਤਾ ਸ਼ਾਮਿਲ ਕੀਤੀ ਜਾਂਦੀ ਹੈ। ਤਾਂ ਰੋਬਰਟ ਡਾਲ ਕੀ ਕਹਿ ਰਹੇ ਨੇ? ਕਹਿੰਦੇ ਰਾਜਨੀਤਿਕ ਪ੍ਰਣਾਲੀ ਕੀ ਹੈਗੀ ਹੈ? ਮਨੁੱਖੀ ਸੰਬੰਧਾਂ ਦਾ ਸਥਾਈ ਨਮੂਨਾ, ਜਿਸ ਵਿੱਚ ਕਾਫੀ ਮਾਤਰਾ ਵਿੱਚ ਸ਼ਕਤੀ, ਸ਼ਾਸਨ, ਸੱਤਾ ਸ਼ਾਮਿਲ ਹੁੰਦੀ ਹੈ। ਐਜ਼ ਇਟ ਇਜ਼ ਹੀ ਤੁਸੀਂ ਡੈਫੀਨੇਸ਼ਨਸ ਯਾਦ ਕਰਨੀਆਂ ਨੇ, ਕੋਈ ਵੀ ਵਰਡ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ। ਡੇਵਿਡ ਈਸਟਨ ਕਹਿ ਰਹੇ ਨੇ ਕਿ ਰਾਜਨੀਤਿਕ ਪ੍ਰਣਾਲੀ ਅੰਤਰ ਕਿਰਿਆਵਾਂ ਦਾ ਸਮੂਹ ਹੈ, ਜਿਹਦੇ ਵਿੱਚ ਅੰਤਰ ਕਿਰਿਆਵਾਂ ਹੁੰਦੀਆਂ ਨੇ। ਅੰਤਰ ਕਿਰਿਆਵਾਂ ਕਿਹੜੀਆਂ ਹੁੰਦੀਆਂ ਨੇ? ਰਾਜਨੀਤੀ ਨਾਲ ਸੰਬੰਧਿਤ। ਰਾਜਨੀਤੀ, ਅੰਤਰ ਕਿਰਿਆ ਦਾ ਮਤਲਬ ਪਤਾ ਕੀ ਹੁੰਦਾ? ਅੰਤਰ ਕਿਰਿਆ ਦਾ ਮਤਲਬ ਹੁੰਦਾ ਜਦੋਂ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਾਂ ਤਾਂ ਉਹ ਇੰਟਰੈਕਸ਼ਨ ਅੰਤਰ ਕਿਰਿਆ ਹੈਗੀ ਹੈ। ਤਾਂ ਅਸੀਂ ਜਦੋਂ ਕੋਈ ਵੀ ਐਸੀ ਕਿਰਿਆ ਕਰਦੇ ਹੈਗੇ ਆ ਜਿਹੜੀ ਰਾਜਨੀਤੀ ਨਾਲ ਸੰਬੰਧਿਤ ਹੋਵੇ, ਉਹ ਰਾਜਨੀਤਿਕ ਅੰਤਰ ਕਿਰਿਆ ਹੁੰਦੀ ਹੈ। ਤਾਂ ਇਹ ਸਮਾਜਿਕ ਪ੍ਰਣਾਲੀ ਦਾ ਹਿੱਸਾ ਹੁੰਦੀ ਹੈ। ਜਿਸ ਕੋਲ ਸੱਤਾ ਹੈਗੀ ਹੈ ਉਹ ਆਪਣੀ ਇੱਛਾ ਜਿਹੜੀ ਹੈ ਦੂਜਿਆਂ ਦੇ ਉੱਤੇ ਠੋਸ ਸਕਦਾ ਹੈ। ਤਾਂ ਇਹ ਰਾਜਨੀਤਿਕ ਪ੍ਰਣਾਲੀ ਹੁੰਦੀ ਹੈ ਕਿ ਹੁਣ ਦੇਖੋ, ਆਪਾਂ ਹੀ ਆ ਤਾਂ ਕਾਨੂੰਨ ਜਿਹੜਾ ਹੈਗਾ ਸਾਡੇ 'ਤੇ ਚੀਜ਼ਾਂ ਥੋਪਦਾ ਹੈ, ਲੇਕਿਨ ਉਹ ਕਾਨੂੰਨ ਕਿਸਨੇ ਬਣਾਏ ਨੇ?
किसने बनाए ने? आपां लोकां ने ही बनाने आ। अपने ही रिप्रजेंटेटिव चुने हुए जिहड़े प्रतिनिधि हुंदे ने वो राज करदे ने। वो अगे की करदे ने, कोई किसे राज दे विच हैगा, कोई किसे राज दे विच हैगा, है ना, राजपाल बन के जांदा हैगा, कोई जिहड़ा हैगा CM बनदा हैगा, ते अगे जाके अपने ही चुने हुए जिहड़े अगे अगे ने वो PM तक पहुँचते ने, मंत्रियां तक पहुँचते ने, है ना। ਤਾਂ ਕਹਿਣ ਦਾ ਮਤਲਬ ਕੀ ਹੈਗਾ, ਉਹੀ ਸਰਕਾਰ ਬਣਾਉਂਦੇ ਨੇ, ਉਹੀ ਕਾਨੂੰਨ ਬਣਾਉਂਦੇ ਨੇ। ਤਾਂ ਇੱਕ ਤਰ੍ਹਾਂ ਆਪਾਂ ਹੀ ਇੰਡਾਇਰੈਕਟਲੀ ਰਾਜ ਕਰ ਰਹੇ ਹੁੰਦੇ ਹਾਂ। ਤਾਂ ਲੇਕਿਨ ਜਿਹੜਾ ਹੈ ਕਾਨੂੰਨ ਐਸੇ ਬਣਾਏ ਜਾਂਦੇ ਨੇ ਜਿਹੜੇ ਸਾਡੇ ਤੇ ਠੋਸੇ ਜਾਂਦੇ ਨੇ ਕਿ ਅਸੀਂ ਜਿਹੜਾ ਹੈ ਇਹਨਾਂ ਨੂੰ ਮੰਨਣਾ ਹੀ ਮੰਨਣਾ। ਅੱਗੇ ਗੱਲ ਕਰਦੇ ਹਾਂ ਕਿ ਡੇਵਿਡ ਈਸਟ ਨੇ, ਸਭ ਤੋਂ ਪਹਿਲਾਂ ਆਪਾਂ ਪਿੱਛੇ ਵੀ ਪੜ੍ਹ ਕੇ ਹਟੇ ਹਾਂ ਕਿ ਆਪਣੀ ਬੁੱਕ ਲਿਖੀ ਸੀ ਦ ਪੋਲੀਟੀਕਲ ਸਿਸਟਮ 1953 ਦੇ ਵਿੱਚ। ਫਿਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ 1953 ਦੇ ਵਿੱਚ ਆਪਣੀ ਬੁੱਕ ਦੇ ਵਿੱਚ ਇਹ ਸ਼ਬਦ ਯੂਜ਼ ਕੀਤਾ ਸੀ। ਲੇਕਿਨ ਹੋਰ ਵੀ ਕਾਫੀ ਸਾਰੀਆਂ ਫੇਮਸ ਬੁੱਕਸ ਨੇ, ਲਾਈਕ 1908 ਦੇ ਵਿੱਚ ਗ੍ਰਾਹਮ ਬੈਲਜ਼ ਨੇ ਬੁੱਕ ਲਿਖੀ ਸੀਗੀ, ਆਰਥਰ ਬੈਂਟਲੇ ਨੇ ਬੁੱਕ ਲਿਖੀ ਸੀ। ਤਾਂ ਗ੍ਰਾਹਮ ਬੈਲ ਦੀ ਬੁੱਕ ਜਿਹੜੀ ਹੈਗੀ ਹੈ, ਗ੍ਰਾਹਮ ਬੈਲਜ਼ ਦੀ ਸੌਰੀ, ਤਾਂ ਗ੍ਰਾਹਮ ਬੈਲਜ਼ ਦੀ ਬੁੱਕ ਹੈਗੀ ਹੈ ਹਿਊਮਨ ਨੇਚਰ ਇਨ ਪੋਲੀਟਿਕਸ, ਰਾਜਨੀਤੀ ਦੇ ਵਿੱਚ ਮਨੁੱਖੀ ਸੁਭਾਅ। ਆਰਥਰ ਬੈਂਟਲੇ ਦੀ ਲਿਖੀ ਹੈ ਸ਼ਾਸਨ ਦੀ ਪ੍ਰਕਿਰਿਆ, ਤਾਂ ਪ੍ਰੋਸੈਸ ਆਫ ਗਵਰਨਮੈਂਟ। ਤਾਂ ਹੋਰ ਵੀ ਕਾਫੀ ਸਾਰੇ ਵਿਦਵਾਨਾਂ ਨੇ ਰਾਜਨੀਤਿਕ ਪ੍ਰਣਾਲੀ ਯਾਨੀ ਕਿ ਪੋਲੀਟੀਕਲ ਸਿਸਟਮ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਪਾਇਆ ਹੈ, ਜਿਨ੍ਹਾਂ ਦਾ ਨਾਮ ਹੈ ਲੌਸਵੈਲ, G. ਐਲਮੰਡ, GB. ਪਾਵੈਲ ਅਤੇ ਰੋਬਰਟ A. ਡਾਲ, ਜਿਨ੍ਹਾਂ ਨੇ ਕਾਫੀ ਸਾਰਾ ਪੋਲੀਟੀਕਲ ਸਿਸਟਮ ਦੇ ਰਿਗਾਰਡਿੰਗ ਵੀ ਕੰਮ ਕੀਤਾ। ਤਾਂ ਤੁਹਾਨੂੰ ਛੋਟੇ ਕੁਐਸਚਨ ਇਹਦੇ ਵਿੱਚੋਂ ਪੁੱਛੇ ਜਾ ਸਕਦੇ ਨੇ ਕਿ ਫਲਾਣੀ ਬੁੱਕ ਦੇ ਰਾਈਟਰ ਕੌਣ ਨੇ, ਠੀਕ ਹੈ, ਇਹ ਵਾਲੇ ਰਾਈਟਰ ਨੇ ਕਿਹੜੀ ਬੁੱਕ ਲਿਖੀ ਹੈ। ਤਾਂ ਇਸ ਕਰਕੇ ਜਿਹੜਾ ਹੈ ਇਹ ਯਾਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਸ਼ਾਰਟ ਕੁਐਸਚਨ ਵੀ ਤੁਹਾਡੇ ਨਾਲੋਂ ਨਾਲ ਆਪਣੇ ਕਵਰ ਹੋ ਰਹੇ ਨੇ। ਪਿੱਛੇ ਆਪਾਂ ਪੜ੍ਹ ਕੇ ਹਟੇ ਹਾਂ ਕਿ ਰਾਜਨੀਤਿਕ ਪ੍ਰਣਾਲੀ ਦਾ ਕੀ ਅਰਥ ਹੈ। ਤਾਂ ਰਾਜਨੀਤਿਕ ਪ੍ਰਣਾਲੀ ਦਾ ਪੂਰਾ ਅਰਥ ਕੀ ਹੈਗਾ ਕਿ ਰਾਜਨੀਤੀ ਦਾ ਅਰਥ ਤਾਂ ਸੱਤਾ, ਸ਼ਕਤੀ, ਪਾਵਰ ਹੈਗੀ ਹੈ। ਪ੍ਰਣਾਲੀ ਦਾ ਅਰਥ ਹੈ ਇੱਕ ਦੂਜੇ ਤੇ ਜਦੋਂ ਡਿਪੈਂਡੈਂਸੀ ਹੋਵੇ, ਛੋਟੇ ਛੋਟੇ ਪਾਰਟ ਇੱਕ ਦੂਜੇ ਤੇ ਨਿਰਭਰ ਹੋਣ ਅਤੇ ਕੋਈ ਕੰਮ ਲੜੀਵਾਰ, ਤਰਤੀਬਵਾਰ ਹੋ ਰਿਹਾ, ਤਾਂ ਆਪਾਂ ਉਹਨੂੰ ਸਿਸਟਮ ਕਹਿੰਦੇ ਹਾਂ। ਤਾਂ ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਕਿ ਮਨੁੱਖੀ ਸੰਬੰਧ, ਕੋਈ ਵੀ ਰਾਜਨੀਤਿਕ ਪ੍ਰਣਾਲੀ ਹੈ ਉਹ ਮਨੁੱਖਾਂ ਬਿਨਾਂ ਨਹੀਂ ਬਣਦੀ। ਹਰੇਕ ਚੀਜ਼ ਜਿਹੜੀ ਸਮਾਜ 'ਚ ਹੋ ਰਹੀ ਹੈ ਉਹ ਆਪਾਂ ਹੀ ਕ੍ਰੀਏਟ ਕਰਦੇ ਹਾਂ। ਤਾਂ ਮਨੁੱਖੀ ਸੰਬੰਧ, ਹੁਣ ਜਦੋਂ ਸਾਡੇ ਆਪਸ ਦੇ ਵਿੱਚ ਸੰਬੰਧ ਨਹੀਂ ਹੋਣਗੇ, ਸਪੋਜ਼ ਕਰੋ ਕਿ ਅਸੀਂ ਆਈਸੋਲੇਸ਼ਨ ਫਾਰਮ 'ਚ ਰਹਿ ਰਹੇ ਹਾਂ, ਇਕੱਲੇ ਰਹਿ ਰਹੇ ਹਾਂ ਸਮਾਜ ਤੋਂ ਬਿਨਾਂ, ਤਾਂ ਅਸੀਂ ਕਿਹੜੀ ਸ਼ਕਤੀ ਬਣਾਵਾਂਗੇ, ਕਿਹੜੀ ਰਾਜਨੀਤੀ ਚਲਾਵਾਂਗੇ। ਤਾਂ ਮਨੁੱਖੀ ਸੰਬੰਧਾਂ ਦਾ ਸਾਡੇ ਨਾਲ ਹੋਰ ਮਨੁੱਖ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ। ਮਨੁੱਖੀ ਸੰਬੰਧ ਹੋਣਗੇ ਤਾਂ ਹੀ ਜਿਹੜੀ ਹੈਗੀ ਹੈ ਰਾਜਨੀਤਿਕ ਪ੍ਰਣਾਲੀ ਵਰਕ ਕਰੇਗੀ। ਤਾਂ ਪੁਰਾਤਨ ਰਾਜਨੀਤਿਕ ਵਿਗਿਆਨੀਆਂ ਨੇ ਆਬਾਦੀ ਨੂੰ ਰਾਜ ਦਾ ਜ਼ਰੂਰੀ ਤੱਤ ਮੰਨਿਆ ਹੈ। ਆਧੁਨਿਕ ਰਾਜਨੀਤੀ ਵਿਗਿਆਨੀਆਂ ਨੇ ਰਾਜ ਦੀ ਬਜਾਏ ਰਾਜਨੀਤਿਕ ਪ੍ਰਣਾਲੀ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਉਹ ਰਾਜ ਦੀ ਵਰਤੋਂ ਨਹੀਂ ਕਰਦੇ। ਹੁਣ ਵਾਲੇ ਜਿਹੜੇ ਪੋਲੀਟੀਕਲ ਥਿੰਕਰ ਨੇ ਉਹ ਕਹਿੰਦੇ ਕਿ ਰਾਜ ਨਹੀਂ, ਰਾਜਨੀਤਿਕ ਪ੍ਰਣਾਲੀ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੇ ਮਨੁੱਖੀ ਸੰਬੰਧਾਂ ਨੂੰ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਮਹੱਤਵ ਦਿੱਤਾ ਗਿਆ। ਮਤਲਬ ਕਿ ਮਨੁੱਖੀ ਸੰਬੰਧ ਇਹਦੇ ਵਿੱਚ ਪਾਏ ਜਾਂਦੇ ਨੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ, ਅਤੇ ਇਹ ਆਪਸ 'ਚ ਅੰਤਰ ਕਿਰਿਆ ਕਰਦੇ ਨੇ, ਤਾਂ ਕਰਕੇ ਰਾਜਨੀਤਿਕ ਪ੍ਰਣਾਲੀ ਹੋਂਦ 'ਚ ਆਉਂਦੀ ਹੈ। ਕਾਨੂੰਨ ਦੀ ਦਬਾਅਕਾਰੀ ਸ਼ਕਤੀ, ਜਬਰੀ ਸ਼ਕਤੀ ਦਾ ਪ੍ਰਯੋਗ। ਮੈਂ ਪਿੱਛੇ ਵੀ ਕਹਿ ਕੇ ਹਟੀਆਂ ਕਿ ਹਰੇਕ ਕੋਈ ਵੀ ਦੇਸ਼ ਹੈਗਾ, ਕਿਉਂਕਿ ਪੋਲੀਟੀਕਲ ਸਿਸਟਮ ਤਾਂ ਸਾਰੇ ਕਿਤੇ ਹੈ, ਤਾਂ ਸਾਰੇ ਦੇਸ਼ਾਂ ਕੋਲੇ ਸਾਰੇ ਕੋਈ ਵੀ ਰਾਜਨੀਤੀ ਸਿਸਟਮ ਹੈਗਾ ਤਾਂ ਉਹਦੇ ਕੋਲ ਦਬਾਅ ਪਾਉਣ ਵਾਲੀ ਸ਼ਕਤੀ ਹੁੰਦੀ ਹੈ, ਆਪਣੀ ਇੱਛਾ ਨੂੰ ਮਨਵਾਉਣ ਵਾਲੀ ਸ਼ਕਤੀ ਹੁੰਦੀ ਹੈ। ਬਿਕੋਜ਼ ਕਾਨੂੰਨ ਬਣਾਏ ਹੀ ਤਾਂ ਜਾਂਦੇ ਨੇ ਤਾਂ ਕਿ ਇਹ ਠੋਸੇ ਜਾਣ, ਕਿਉਂਕਿ ਬਹੁਤ ਸਾਰੇ ਮੈਜੋਰਟੀ ਆਫ ਦਾ ਮਨੁੱਖ ਜਿਹੜੇ ਨੇ ਇਸ ਨੂੰ ਫੋਲੋ ਕਰਦੇ ਨੇ, ਲੇਕਿਨ ਬਹੁਤ ਸਾਰੇ ਮਨੁੱਖ ਜਿਹੜੇ ਨੇ ਉਹ ਐਂਟੀ ਬਿਹੇਵੀਅਰ ਵੀ, ਇਲੀਗਲ ਲੀਗਲ ਬਿਹੇਵੀਅਰ ਵੀ ਕਰਦੇ ਨੇ, ਗੈਰ ਕਾਨੂੰਨੀ ਬਿਹੇਵੀਅਰ ਵੀ ਕਰਦੇ ਨੇ। ਸੋ ਉਹਨਾਂ ਨੂੰ ਕੰਟਰੋਲ 'ਚ ਕਰਨ ਲਈ ਰਾਜਨੀਤਿਕ ਪ੍ਰਣਾਲੀ ਜਿਹੜੀ ਹੈਗੀ ਆਪਣੇ ਹੱਥਕੰਡੇ ਅਪਣਾਉਂਦੀ ਹੈ, ਇਲੀਗਲ ਬਿਹੇਵੀਅਰ ਜਿਹੜਾ ਹੈ ਉਹਨਾਂ ਦਾ ਕੰਟਰੋਲ ਕਰਨ ਲਈ, ਤਾਂ ਕਿ ਉਹ ਲੀਗਲ ਕਾਨੂੰਨੀ ਵਿਵਹਾਰ ਕਰਨ। ਤਾਂ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਹੁੰਦੀ ਹੈ ਇਹੀ ਇਸ ਨੂੰ ਸਮਾਜਿਕ ਅਤੇ ਆਰਥਿਕ ਪ੍ਰਣਾਲੀ ਤੋਂ ਵੱਖ ਕਰਦੀ ਹੈ। ਹੁਣ ਦੇਖੋ ਸਮਾਜਿਕ ਗੱਲ ਕਰੀਏ ਤਾਂ ਸਮਾਜਿਕ ਪ੍ਰਣਾਲੀ 'ਚ ਕੀ ਹੁੰਦੀਆਂ ਨੇ? ਸਮਾਜਿਕ ਪ੍ਰਕਿਰਿਆਵਾਂ, ਅਸੀਂ ਸਮਾਜ 'ਚ ਕਿਵੇਂ ਰਹਿੰਦੇ ਹਾਂ, ਕਿਵੇਂ ਅਸੀਂ ਇੱਕ ਦੂਜੇ ਨਾਲ ਬੋਲਦੇ ਚੱਲਦੇ ਹਾਂ, ਰਹਿੰਦੇ ਹਾਂ, ਸੰਸਥਾਵਾਂ ਕਿਹੜੀਆਂ ਫੋਲੋ ਕਰਦੇ ਹਾਂ। ਅਤੇ ਆਰਥਿਕ ਪ੍ਰਣਾਲੀ 'ਚ ਸਾਡੀਆਂ ਖਾਣਾ ਪੀਣਾ, ਕਿੱਥੋਂ ਅਸੀਂ ਰੋਜੀ ਰੋਟੀ ਕਮਾ ਰਹੇ ਹਾਂ, ਕਿੱਥੇ ਖਰਚ ਕਰ ਰਹੇ ਹਾਂ, ਕਿੱਥੋਂ ਸਾਨੂੰ ਆਮਦਨ ਹੋ ਰਹੀ ਆ, ਉਹ ਆਰਥਿਕ ਪ੍ਰਣਾਲੀ 'ਚ ਹੋ ਗਿਆ। ਲੇਕਿਨ ਰਾਜਨੀਤਿਕ ਪ੍ਰਣਾਲੀ ਇੱਕ ਹੀ ਇੱਕ ਹੈ ਜਿਹਦੇ ਵਿੱਚ ਕਾਨੂੰਨ ਦੀ ਸ਼ਕਤੀ ਹੁੰਦੀ ਹੈ ਪਿੱਛੇ, ਅਤੇ ਕਾਨੂੰਨ ਆਪਣੀ ਮਰਜ਼ੀ ਨਾਲ ਆਪਾਂ ਤੋਂ ਚੀਜ਼ਾਂ ਮਨਵਾ ਸਕਦਾ। ਸਿਰਫ ਇਹੀ ਗੁਣ ਹੈ ਇਹਦਾ ਜਿਹੜਾ ਬਾਕੀ ਪ੍ਰਣਾਲੀਆਂ ਤੋਂ, ਆਰਥਿਕ ਸਮਾਜਿਕ ਪ੍ਰਣਾਲੀਆਂ ਤੋਂ ਇਸ ਨੂੰ ਅਲੱਗ ਕਰਦਾ ਹੈ। ਵਿਆਪਕਤਾ, ਹੁਣ ਐਲਮੰਡ ਅਤੇ ਪਾਵਲ ਜਿਹੜੇ ਥਿੰਕਰ ਨੇ ਪੋਲੀਟੀਕਲ ਦੇ, ਉਹ ਵਿਆਪਕਤਾ ਨੂੰ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਸਵੀਕਾਰ ਕਰਦੇ ਨੇ। ਉਹ ਕਹਿੰਦੇ ਕਿ ਸਾਰੇ ਸਮਾਜਾਂ ਦੇ ਵਿੱਚ ਜਿਹੜੀ ਹੈ ਪੋਲੀਟੀਕਲ ਸਿਸਟਮ ਪਾਇਆ ਜਾਂਦਾ ਹੈ।
ਰਾਜਨੀਤਿਕ ਪ੍ਰਣਾਲੀ 'ਚ ਕੇਵਲ ਸਰਕਾਰੀ ਢਾਂਚੇ, ਵਿਧਾਨ ਮੰਡਲ, ਕਾਰਜਪਾਲਿਕਾ ਅਦਾਲਤਾਂ ਹੀ ਸ਼ਾਮਿਲ ਨਹੀਂ ਹੁੰਦੀਆਂ, ਸਗੋਂ ਸਾਰੇ ਰਸਮੀ, ਗੈਰ ਰਸਮੀ ਸੰਗਠਨ ਵੀ ਸ਼ਾਮਿਲ ਹੁੰਦੇ ਨੇ, ਜਿਹੜੇ ਕਿਸੇ ਵੀ ਰੂਪ ਦੇ ਵਿੱਚ ਸਮਾਜਿਕ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਦੇ ਨੇ। ਮਤਲਬ ਜੋ ਵੀ ਚੀਜ਼ ਪੋਲੀਟਿਕਸ ਨੂੰ, ਪੋਲੀਟੀਕਲ ਸਾਇੰਸ ਨੂੰ ਪ੍ਰਭਾਵਿਤ ਕਰਦੀ ਹੈ, ਉਹ ਜਿਹੜੀ ਹੈਗੀ ਹੈ ਪੋਲੀਟੀਕਲ ਸਿਸਟਮ 'ਚ ਆਉਂਦੀ ਹੈ। ਪਹਿਲਾਂ ਕੀ ਕਰਦੇ ਸੀਗੇ, ਇਹ ਸਿਰਫ ਔਰ ਸਿਰਫ ਕੁਝ ਕੁ ਚੀਜ਼ਾਂ ਨੂੰ ਪੋਲੀਟੀਕਲ ਸਾਇੰਸ ਦੇ ਵਿੱਚ ਜਿਹੜੇ ਸੀਗੇ ਰਾਜਨੀਤੀ 'ਚ ਮੰਨਦੇ ਸੀ, ਲੇਕਿਨ ਹੁਣ ਇਹਦਾ ਘੇਰਾ ਜਿਹੜਾ ਹੈ ਬਹੁਤ ਵੱਡਾ ਹੋ ਗਿਆ। ਤਾਂ ਇਹਦੇ ਵਿੱਚ ਪੋਲੀਟੀਕਲ ਸਿਸਟਮ ਦਾ ਮਤਲਬ ਬਹੁਤ ਵੱਡਾ ਇਹਦਾ ਘੇਰਾ ਹੋ ਗਿਆ। ਇਹਦੇ ਵਿੱਚ ਜਾਤੀ ਸਮੂਹ ਵੀ, ਰਾਜਨੀਤਿਕ ਦਲ ਵੀ, ਦਬਾਓ ਸਮੂਹ, ਸੰਗਠਨ, ਕਿੰਨੀਆਂ ਚੀਜ਼ਾਂ ਹੋਰ ਜਿਹੜੀਆਂ ਨੇ ਇਹਦੇ ਵਿੱਚ ਇਨਕਲੂਡ ਕਰ ਦਿੱਤੀਆਂ ਗਈਆਂ। ਮਤਲਬ ਇਹਦਾ ਘੇਰਾ ਵਿਆਪਕਤਾ ਮੀਨਸ ਬਹੁਤ ਵੱਡਾ ਹੋ ਗਿਆ। ਪਹਿਲਾਂ ਰਾਜਨੀਤੀ ਹੁੰਦੀ ਸੀ, ਹੁਣ ਰਾਜਨੀਤੀ ਕੀ ਹੋ ਗਿਆ, ਰਾਜਨੀਤਿਕ ਪ੍ਰਣਾਲੀ ਹੋ ਗਿਆ। ਉਪ ਪ੍ਰਣਾਲੀਆਂ ਦੀ ਅੰਤਰ ਨਿਰਭਰਤਾ, ਜਿਵੇਂ ਆਪਾਂ ਪਿੱਛੇ ਪੜ੍ਹ ਕੇ ਹਟੇ ਹਾਂ ਕਿ ਹਰੇਕ ਰਾਜਨੀਤਿਕ ਪ੍ਰਣਾਲੀ ਦੀਆਂ ਜਿਹੜੇ ਹੁੰਦੇ ਨੇ ਸਬ ਪਾਰਟਸ ਹੁੰਦੇ ਨੇ, ਸਬ ਸਿਸਟਮਸ ਹੁੰਦੇ ਨੇ, ਅਤੇ ਇਹਨਾਂ ਨੂੰ ਮਿਲਾ ਕੇ ਰਾਜਨੀਤਿਕ ਪ੍ਰਣਾਲੀ ਬਣਦੀ ਹੈ। ਮਤਲਬ ਇਹ ਰਾਜਨੀਤਿਕ ਪ੍ਰਣਾਲੀ ਹੈ, ਇਹਦੇ ਵਿੱਚ ਛੋਟੇ ਪਾਰਟਸ ਹੋਣਗੇ ਜਿਹੜੇ ਇੱਕ ਦੂਜੇ 'ਤੇ ਡਿਪੈਂਡ ਹੋਣਗੇ, ਅਤੇ ਇਹਨਾਂ ਨੂੰ ਮਿਲਾ ਕੇ ਹੀ ਜਿਹੜਾ ਹੈਗਾ ਪੂਰਾ ਪੋਲੀਟੀਕਲ ਸਿਸਟਮ ਬਣਦਾ ਹੈ। ਹੁਣ ਜੇ ਆਪਾਂ ਗੱਲ ਕਰੀਏ, ਜੇ ਵਿਧਾਨ ਪਾਲਿਕਾ ਵਿੱਚ ਯੋਗ ਪੜ੍ਹੇ ਲਿਖੇ ਹੋਏ ਲੋਕਾਂ ਨੂੰ ਉਮੀਦਵਾਰ ਚੁਣ ਕੇ ਭੇਜਾਂਗੇ ਤਾਂ ਹੀ ਕਾਰਜਪਾਲਿਕਾ ਯੋਗ ਹੋਏਗੀ। ਤਾਂ ਮਤਲਬ ਜੇ ਅਸੀਂ ਰਿਪਰੈਜ਼ੈਂਟੇਟਿਵ ਅੱਛੇ ਚੁਣਾਂਗੇ ਤਾਂ ਹੀ ਉਹ ਅੱਗੇ ਜਾ ਕੇ ਅੱਛਾ ਕੰਮ ਕਰਨਗੇ। ਤਾਂ ਛੋਟੇ ਸਬ ਪਾਰਟਸ ਵੀ ਜਿਹੜੇ ਹੁੰਦੇ ਨੇ ਬਹੁਤ ਹੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਕੰਟਰੀਬਿਊਸ਼ਨ ਕਰਦੇ ਨੇ। ਤਾਂ ਅੱਛੇ ਮੰਤਰੀ ਤਾਂ ਹੀ ਆਪਾਂ ਚੁਣਦੇ ਹਾਂ ਤਾਂ ਕਿ ਜਿਹੜਾ ਹੈ ਸਾਡਾ ਪੋਲੀਟੀਕਲ ਸਿਸਟਮ ਵਧੀਆ ਰਹੇ। ਸੀਮਾਵਾਂ ਦੀ ਹੋਂਦ, ਹੁਣ ਦੇਖੋ ਪੋਲੀਟੀਕਲ ਸਿਸਟਮ ਦੇ ਵਿੱਚ ਲਿਮਿਟਸ ਹੁੰਦੀਆਂ ਨੇ, ਅਨਲਿਮਿਟਿਡ ਨਹੀਂ ਹੁੰਦਾ। ਹੁਣ ਪੋਲੀਟੀਕਲ ਦੀ ਗੱਲ ਕਰੀਏ ਤਾਂ ਐਲਮੰਡ ਅਤੇ ਪਾਵਲ ਵੀ ਕਹਿ ਰਹੇ ਨੇ ਕਿ ਰਾਜਨੀਤਿਕ ਪ੍ਰਣਾਲੀ ਦੀਆਂ ਸੀਮਾਵਾਂ ਹੁੰਦੀਆਂ ਨੇ ਜਿਹੜੀਆਂ ਇਸ ਨੂੰ ਆਰਥਿਕ, ਸਮਾਜਿਕ ਅਤੇ ਦੂਜੀਆਂ ਪ੍ਰਣਾਲੀਆਂ ਤੋਂ ਅਲੱਗ ਕਰਦੀਆਂ। ਜਿਵੇਂ ਕਿ ਆਪਾਂ ਪਿੱਛੇ ਪੜ੍ਹਿਆ, ਇਹਦੀਆਂ ਸੀਮਾਵਾਂ ਖੇਤਰੀ ਨਹੀਂ ਹੁੰਦੀਆਂ, ਇਹਦੇ ਕੰਮਾਂ ਦੀਆਂ ਸੀਮਾਵਾਂ ਹੁੰਦੀਆਂ ਨੇ। ਮਤਲਬ ਕਹਿੰਦਾ ਕਿ ਇਹਦੀਆਂ ਕੀ ਹੁੰਦੀਆਂ ਨੇ, ਲਿਮਿਟਸ, ਸਮੇਂ ਤੇ ਲਿਮਿਟਸ ਬਦਲਦੀਆਂ ਰਹਿੰਦੀਆਂ। ਹੁਣ ਦੇਖੋ ਪਹਿਲਾਂ ਪੋਲੀਟਿਕਸ ਅਲੱਗ ਤਰ੍ਹਾਂ ਦੀ ਸੀ, ਹੁਣ ਪੋਲੀਟਿਕਸ ਅਲੱਗ ਤਰ੍ਹਾਂ ਦੀਆਂ। ਦੇਖੋ ਸੰਵਿਧਾਨ ਦੇ ਵਿੱਚ ਜੋ ਵੀ ਕੁਝ ਲਿਖਿਆ ਗਿਆ ਸੀ ਕਿ ਸ਼ੋਧ ਨਹੀਂ ਕੀਤੀ ਜਾ ਸਕਦੀ, ਲੇਕਿਨ ਉਸ ਤੋਂ ਬਾਅਦ 'ਚ ਇਹ ਵੀ ਲਿਖਿਆ ਸੀ ਕਿ ਬਹੁਤ ਹੀ ਜ਼ਿਆਦਾ ਲੋਕ ਚਾਹਣਗੇ ਤਾਂ ਸ਼ੋਧ ਹੋਏਗੀ। ਤਾਂ ਬਹੁਤ ਸਾਰੀਆਂ ਸ਼ੋਧਾਂ ਹੁਣ ਵੀ ਚੱਲ ਰਹੀਆਂ ਨੇ। ਤਾਂ ਕਹਿਣ ਦਾ ਮਤਲਬ ਲਿਮਿਟਸ ਹੁੰਦੀ ਹੈ ਹਰੇਕ ਚੀਜ਼ ਦੀ ਕਿ ਕਿੰਨਾ ਕੁ ਆਪਾਂ ਕਰ ਸਕਦੇ ਹਾਂ। ਇਹਦਾ ਇਹ ਨਹੀਂ ਹੈ ਕਿ ਸਾਡੇ ਤੋਂ ਕਾਨੂੰਨ ਕੁਝ ਵੀ ਮਨਵਾਏਗਾ, ਨਹੀਂ, ਲਿਮਿਟਸ ਦੇ ਦਿੱਤੀਆਂ ਨੇ। ਹੁਣ ਸਾਨੂੰ ਰਾਈਟਸ ਦਿੱਤੇ ਨੇ, ਸਾਨੂੰ ਡਿਊਟੀਜ਼ ਦਿੱਤੀਆਂ ਨੇ, ਕਰਤੱਵ ਅਧਿਕਾਰ ਦਿੱਤੇ ਨੇ ਸਰਕਾਰ ਨੇ, ਲੇਕਿਨ ਲਿਮਿਟਿਡ, ਠੀਕ ਹੈ। ਤਾਂ ਸਾਨੂੰ ਜਿਹੜੇ ਅਧਿਕਾਰ 6 ਦਿੱਤੇ ਨੇ, ਕਰਤੱਵ ਸਾਨੂੰ 11 ਦਿੱਤੇ ਨੇ। ਤਾਂ ਇਟ ਮੀਨਸ ਕੀ ਹੈਗਾ ਕਿ ਸਾਨੂੰ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਲਿਮਿਟ 'ਚ ਦਿੱਤੀਆਂ ਨੇ। ਅਨੁਕੂਲਤਾ, ਰਾਜਨੀਤਿਕ ਵਿਵਸਥਾ ਸਮੇਂ ਅਤੇ ਹਾਲਤਾਂ ਦੇ ਅਨੁਸਾਰ ਜਿਹੜਾ ਹੈ ਆਪਣੇ ਆਪ ਨੂੰ ਬਦਲਣ ਦੀ ਵਿਸ਼ੇਸ਼ਤਾ ਰੱਖਦੀ ਹੈ। ਤਾਂ ਕਹਿਣ ਦਾ ਮਤਲਬ ਜਿਹੜੀ ਹੈਗੀ ਹੈ ਅਨੁਕੂਲਤਾ ਪਾਈ ਜਾਂਦੀ ਹੈ, ਜਿਵੇਂ ਦਾ ਸਮਾਜ ਹੋਏਗਾ ਉਵੇਂ ਦੀ ਹੀ ਰਾਜਨੀਤਿਕ ਵਿਵਸਥਾ ਬਦਲ ਜਾਂਦੀ ਹੈ। ਹੁਣ ਜਿਵੇਂ ਮੈਂ ਪਿੱਛੇ ਕਿਹਾ ਸੀ ਕਿ ਪਿੱਛੇ ਜਿਹੜੀ ਰਾਜਨੀਤਿਕ ਵਿਵਸਥਾ ਅਲੱਗ ਸੀ ਤੇ ਹੁਣ ਜਿਹੜੀ ਰਾਜਨੀਤਿਕ ਵਿਵਸਥਾ ਹੈਗੀ ਆ ਅਲੱਗ ਹੈ। ਤਾਂ ਇਸ ਦਾ ਸਰੂਪ ਸੰਕਟ ਕਾਲ ਦੇ, ਹੁਣ ਦੇਖੋ ਸੰਕਟ ਕਾਲ ਐਮਰਜੈਂਸੀ ਲੱਗ ਗਿਆ ਤਾਂ ਸਾਰੇ ਕਿਤੇ ਜਿਹੜਾ ਹੈ ਰਾਸ਼ਟਰਪਤੀ ਰਾਜ ਲਾਗੂ ਹੋ ਜਾਏਗਾ। ਤਾਂ ਰਾਜ ਜਿਹੜਾ ਹੈ ਆਪਣਾ, ਫੋਰ ਐਗਜ਼ਾਮਪਲ ਅਗਰ ਆਪਣੇ ਪੰਜਾਬ ਦੇ ਵਿੱਚ ਐਮਰਜੈਂਸੀ ਆ ਗਈ ਹੈ ਤਾਂ ਹੁਣ ਜਿਹੜਾ ਹੈ ਇੱਥੇ ਰਾਜਪਾਲ ਜਿਹੜਾ ਹੈ ਉਹ ਚੀਜ਼ ਨਹੀਂ ਦੇਖੇਗਾ, ਨਾ ਹੀ ਆਪਣਾ ਸੀਐਮ ਦੇਖੇਗਾ, ਉੱਥੇ ਰਾਸ਼ਟਰਪਤੀ ਰਾਜ ਲਾਗੂ ਹੋ ਜਾਏਗਾ। ਤਾਂ ਐਦਾਂ ਜਿਹੜੀ ਹੈਗੀ ਇਹ ਚੀਜ਼ ਚੱਲਦੀ ਰਹਿੰਦੀ ਹੈ। ਤਾਂ ਸਾਰੀ ਕਮਾਂਡ ਜਿਹੜੀ ਹੈਗੀ ਹੈ ਕੇਂਦਰ ਦੇ ਹੱਥ ਦੇ ਵਿੱਚ ਆ ਜਾਂਦੀ ਹੈ। ਜੇ ਗੱਲ ਕਰੀਏ ਕਿ ਆਪਣੀਆਂ ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ, ਐਦਾਂ ਤੁਸੀਂ ਮਾਈਂਡ ਮੈਪ ਵੀ ਬਣਾ ਕੇ ਆ ਸਕਦੇ ਹੋ ਜਿਹਦੇ ਨਾਲ ਥੋੜ੍ਹਾ ਪ੍ਰੈਜੈਂਟੇਬਲ ਲੱਗੂਗਾ। ਹੁਣ ਰਾਜਨੀਤਿਕ ਪ੍ਰਣਾਲੀ ਦੇ ਕੰਮ ਆਪਾਂ ਅੱਗੇ ਪੜਾਂਗੇ ਨੈਕਸਟ ਵੀਡੀਓ ਦੇ ਵਿੱਚ। ਹੋਪ ਤੁਹਾਨੂੰ ਵੀਡੀਓ ਸਮਝ ਆ ਗਿਆ ਹੋਵੇਗਾ। ਮਿਲਦੇ ਹਾਂ ਆਪਾਂ ਨਵੇਂ ਵੀਡੀਓ ਦੇ ਨਾਲ। ਧੰਨਵਾਦ।